ਤਾਂ ਉਸ ਦੇ ਵਿੱਚੋਂ ਹੋਇਆ ਕਿ ਵਿਸ਼ਵਾਸ ਉੱਠ ਗਿਆ ਇਹਨਾਂ ਤੋਂ। ਹੁਣ ਜੇ 20 ਸੀ ਤਾਂ ਉਹਦੇ ਵਿੱਚੋਂ 12 ਤਾਂ ਮੇਰੇ ਖਿਆਲ ਆ ਗਏ। ਸੋ ਜੇ ਝੋਲਾ ਚੁੱਕ ਕੇ ਇੱਧਰ ਨਹੀਂ ਆਉਣਾ ਤਾਂ ਫਿਰ ਮੇਰੇ ਖਿਆਲ ਆਮ ਆਦਮੀ ਪਾਰਟੀ 'ਤੇ ਤਾਂ ਫਿਰ ਲੋਕ ਭਰੋਸਾ ਨਹੀਂ ਕਰ ਰਹੇ। ਦੂਜੇ ਲਹਿਜ਼ੇ ਦੇ ਵਿੱਚ ਲੈ ਰਹੀਆਂ ਚੋਣਾਂ ਨੂੰ, ਉਹ ਕਹਿੰਦੇ ਵੇਵ ਸਾਡੀ ਹੈ। ਪਿੰਡਾਂ ਦੀ ਗੱਲ ਕਰੋ, ਸ਼ਹਿਰਾਂ ਦੀ ਗੱਲ ਕਰੋ, ਕਹਿੰਦੇ ਸਾਡੀ ਵੇਵ ਹੈ। ਮਾਲਵਾ ਹਲਕੇ ਦੀ ਗੱਲ ਕਰੀਏ, ਉਹ ਕਹਿੰਦੇ ਇੱਥੇ ਸਾਨੂੰ ਪੂਰਾ ਸਮਰਥਨ ਜਿਹੜਾ ਲੋਕਾਂ ਦਾ ਮਿਲਦਾ ਨਜ਼ਰ ਆ ਰਿਹਾ ਹੈ। ਉਹ ਕਹਿੰਦੇ ਹੁਣ ਤੇ ਕਾਂਗਰਸ ਦੇ ਕਈ ਜਿਹੜੇ ਵੱਡੇ ਚਿਹਰੇ ਨੇ ਉਹ ਆਮ ਆਦਮੀ ਪਾਰਟੀ ਵੱਲ ਨੂੰ ਰੁਖ ਕਰਦੇ ਹੋਏ ਨਜ਼ਰ ਆਣਗੇ। ਸਵਿੰਗ ਬਹੁਤ ਹੋਈ ਹੈ ਇਸ ਸੀਟ ਦੇ ਉੱਪਰ। ਕਾਂਗਰਸ ਦੇ ਹੀ ਕਈ ਇਹੋ ਜਿਹੇ ਲੀਡਰ ਸੀ ਜਿਹੜੇ ਚੋਣ ਲੜਨਾ ਚਾਹੁੰਦੇ ਸੀ, ਕਈ ਇਹੋ ਜਿਹੇ ਸੀ ਜਿਹੜੇ ਕਹਿੰਦੇ ਸੀ ਸਾਨੂੰ ਟਿਕਟ ਦਿਓ। ਭਰੋਸਾ ਤੁਹਾਡੇ ਤੇ ਜਤਾਇਆ, ਪਾਰਟੀ ਨੇ ਤੇ ਭਰੋਸਾ ਜਤਾ ਲਿਆ। ਲੋਕ ਜਤਾ ਪਾਉਣਗੇ ਭਰੋਸਾ। ਕਿਹੜਾ ਵਿਜ਼ਨ ਲੈ ਕੇ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ? ਲੱਖੀ ਦਾ ਕਿਰਦਾਰ, ਲੱਖੀ ਦਾ ਪਿਛੋਕੜ, ਸੁਭਾਅ, ਸਾਰਾ ਕੁਝ ਲੋਕੀ ਜਾਣਦੇ ਨੇ। ਸੋ ਉੱਥੇ ਬੈਠਾ ਸੀਗਾ ਕਿਸਾਨੀ ਅੰਦੋਲਨ ਤੇ ਲਾਹਾ ਲੈਣ ਲਈ ਕਿ ਮੈਂ ਇਲੈਕਸ਼ਨ ਲੜੂੰਗਾ, ਜਿੱਥੇ ਜਦ ਕਿ ਤੇ ਡਿਸਾਈਡ ਹੋਇਆ ਸੀ ਕਿ ਜਿਹੜਾ ਕੋਈ ਇੱਥੇ ਬੈਠਾ ਸਿਆਸੀ ਪਾਰਟੀ ਨੂੰ ਆਉਣ ਨਹੀਂ ਦਿੱਤਾ ਗਿਆ, ਉਹ ਇਲੈਕਸ਼ਨ ਨਹੀਂ ਲੜੂਗਾ। ਰਾਜੇਵਾਲ ਸਾਹਿਬ ਵੀ ਚੋਣ ਲੜ ਰਹੇ ਨੇ, ਹੋਰ ਕਈ ਆਗੂ ਜਿਹੜੇ ਨੇ ਉਹ ਚੋਣ ਲੜ ਰਹੇ ਨੇ। ਇਹਨਾਂ ਦਾ ਹੋ ਗਿਆ, ਸੋ ਚੇਂਜ ਹੋ ਗਿਆ। ਹਰ ਇੱਕ ਨੂੰ ਲੱਗਦਾ ਕਿ ਮੈਂ ਕਿਉਂ ਨਾ ਰਾਜ ਕਰਾਂ, ਤਾਂ ਮੈਂ ਕਿਉਂ ਨਾ ਲੀਡਰਸ਼ਿਪ ਕਰਾਂ। ਸੋ ਉਸ ਤੋਂ ਬਾਅਦ ਲੋਕਤੰਤਰ ਹੈ, ਸੋਚ ਹੈਗੀ ਹੈ, ਸੋ ਲੈਟ them ਕਰਨ ਦਿਓ। ਲੇਕਿਨ ਓਵਰਆਲ ਅਗਰ 5 ਸਾਲ ਦੀ ਗੱਲ ਕਰੀਏ, 2017 ਤੋਂ ਲੈ ਕੇ 2022 ਤੱਕ ਦੀ ਗੱਲ ਕਰੀਏ, ਬਲਾਸਟ ਦਾ ਜ਼ਿਕਰ ਹੁੰਦਾ ਹੈ। ਜਿਹੜਾ ਬਲਾਸਟ ਹੋਇਆ ਸੀ, ਕਹਿੰਦੇ ਇਨਸਾਫ ਨਹੀਂ ਮਿਲਿਆ। ਉਸ ਬਲਾਸਟ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸੀ, ਕਹਿੰਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਰਾਜਨੀਤੀ ਹੋਈ ਇਸ ਮਸਲੇ ਦੇ ਉੱਪਰ। ਕਾਂਗਰਸ ਪਾਰਟੀ ਤੇ ਵੀ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਕਿਹਾ ਸੀ ਇਨਸਾਫ ਦੇਵਾਂਗੇ, ਇਨਸਾਫ ਦੇਣ ਦੇ ਵਿੱਚ ਕਹਿੰਦੇ ਕਾਂਗਰਸ ਪਾਰਟੀ ਵੀ ਜਿਹੜੀ ਹੈ ਉਹ ਸਹੀ ਸਾਬਿਤ ਨਹੀਂ ਹੋ ਪਾਈ। ਚੰਨੀ ਸਾਹਿਬ ਦੇ 3 ਮਹੀਨੇ ਦੇ ਕਾਰਜਕਾਲ ਨੂੰ ਲੈ ਕੇ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਕਿ 3 ਮਹੀਨੇ ਦਾ ਕਾਰਜਕਾਲ ਵੇਖੋ, ਪਿਕਚਰ ਦਿਖਾਈ ਹੈ, ਟ੍ਰੇਲਰ ਵਿਖਾਇਆ, ਲੇਕਿਨ ਉਸ 4.5 ਸਾਲ ਦਾ ਜਵਾਬ ਕੌਣ ਦਊਗਾ? ਸਰਕਾਰ ਤੇ ਤੁਹਾਡੀ ਹੀ ਸੀ, ਪਾਰਟੀ ਤੇ ਤੁਹਾਡੀ ਹੀ ਹੈ। ਤੁਹਾਡੀ ਸਰਕਾਰ ਨੇ, ਤੁਹਾਡੀ ਪਾਰਟੀ ਨੇ ਰਾਜ ਕੀਤਾ 5 ਸਾਲ ਸੂਬੇ ਦੇ ਵਿੱਚ। ਕਿਤੇ ਨਾ ਕਿਤੇ ਬਹੁਤ ਔਖਾ ਹੁੰਦਾ ਸੀਐਮ ਨੂੰ ਬਦਲਣਾ। ਸੀਐਮ ਔਰ ਬਹੁਤ ਵੱਡਾ ਚਿਹਰਾ ਸੀਗੇ ਉਹ। ਸੋ ਪਾਰਟੀ ਨੇ ਬਹੁਤ ਮੌਕੇ ਦਿੱਤੇ ਉਹਨਾਂ ਨੂੰ ਕਿ ਤੁਸੀਂ ਆਪਣੇ ਆਪ ਸੁਧਾਰ ਕਰੋ, ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ। ਫਿਰ ਜਦੋਂ ਨਹੀਂ ਕਰ ਪਾਏ ਤਾਂ ਅਖੀਰ ਦੇ ਵਿੱਚ ਬਦਲ ਦਿੱਤਾ। ਸੀਐਮ ਨੂੰ ਬਦਲਣਾ ਵੀ ਤਾਂ ਬਹੁਤ ਵੱਡੀ ਗੱਲ ਸੀ, ਉਹ ਬਦਲ ਦਿੱਤਾ। ਉਸ ਤੋਂ ਬਾਅਦ ਇੱਕ ਸੀਐਮ ਦੇ ਬਦਲਣ ਨਾਲ ਲੋਕਾਂ ਨਾਲ ਜੁੜੇ ਜਿਹੜੇ ਮਸਲੇ ਸੀ, ਕਿਆ ਉਹ ਹੱਲ ਹੋ ਗਏ? ਉਹ ਤੇ ਉਦਾਂ ਦੇ ਉਦਾਂ ਖੜੇ ਨਹੀਂ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਇਸ ਵੇਲੇ ਅਸੀਂ ਮੋੜ ਮੰਡੀ ਵਿਧਾਨ ਸਭਾ ਹਲਕੇ ਦੇ ਵਿੱਚ ਮੌਜੂਦ ਹਾਂ। ਆਪਣਾ ਖਾਸ ਪ੍ਰੋਗਰਾਮ ਲੈ ਕੇ ਆ ਗਏ ਨੇਤਾ ਜੀ, ਔਰ ਇੱਥੇ ਸਾਡੇ ਨਾਲ ਕਾਂਗਰਸ ਪਾਰਟੀ ਦੀ ਉਮੀਦਵਾਰ ਮਨੋਜ ਬਾਲਾ ਬਾਂਸਲ ਜਿਹੜੀ ਨੇ ਉਹ ਜੁੜਦੇ ਹੋਏ ਨਜ਼ਰ ਆ ਰਹੇ ਨੇ। ਮੰਜੂ ਬਾਂਸਲ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ, ਲੋਕਾਂ ਦੇ ਵਿੱਚ ਜਾਂਦੀ ਨਜ਼ਰ ਆ ਰਹੇ ਨੇ। ਔਰ ਇਸ ਸੀਟ ਦੀ ਜੇਕਰ ਗੱਲ ਕਰੀਏ, 2017 ਦੀ ਜਦੋਂ ਚੋਣਾਂ ਸੀ, ਆਹ ਸੀਟ ਸਭ ਤੋਂ ਹਾਈ ਪ੍ਰੋਫਾਈਲ ਸੀਟ ਮੰਨੀ ਜਾਂਦੀ ਸੀ। ਸੁਰਖੀਆਂ ਦੇ ਵਿੱਚ ਸੀ ਆਹ ਸੀਟ, ਕਿਉਂਕਿ ਇੱਕ ਬਲਾਸਟ ਵੀ ਇਸ ਜਿਹੜੇ ਕਹਿ ਸਕਦੇ ਹਾਂ ਸੀਟ ਦੇ ਉੱਪਰ ਹੋਇਆ ਸੀ ਚੋਣਾਂ ਤੋਂ ਠੀਕ ਪਹਿਲਾਂ। ਉਸ ਤੋਂ ਬਾਅਦ ਕਈ ਜਿਹੜੇ ਸਿਆਸਤਦਾਨ ਹੈ ਇਸ ਮਸਲੇ ਨੂੰ ਲੈ ਕੇ ਇੱਕ ਦੂਜੇ ਨੂੰ ਘੇਰਦੇ ਨਜ਼ਰ ਆਏ। ਇਸ ਵਾਰ ਫਿਰ ਤੋਂ ਆਹ ਸੀਟ ਜਿਹੜੀ ਹੈ ਸੁਰਖੀਆਂ ਦੇ ਵਿੱਚ ਹੈ, ਕਿਉਂਕਿ ਇੱਕ ਪਾਸੇ ਲੱਖਾ ਸਿਧਾਣਾ ਇਸ ਸੀਟ ਤੋਂ ਚੋਣ ਲੜ ਰਹੇ ਨੇ, ਦੂਜੇ ਪਾਸੇ ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਇੱਥੋਂ ਚੋਣ ਮੈਦਾਨ ਦੇ ਵਿੱਚ ਲਾਇਆ। ਔਰ ਮੰਜੂ ਬਾਲਾ ਬਾਂਸਲ ਦੀ ਗੱਲ ਕਰੀਏ, ਮਹਿਲਾ ਉਮੀਦਵਾਰ ਕਾਂਗਰਸ ਦੀ ਇਸ ਸੀਟ ਤੇ ਚੋਣ ਲੜ ਰਹੀ ਹੈ। ਕਿੱਦਾਂ ਦੀ ਚੁਣੌਤੀ ਹੈ ਇਹਨਾਂ ਦੀ, ਕਿਸ ਤਰ੍ਹਾਂ ਦੇਖਦੇ ਆ ਇਸ ਸੀਟ ਨੂੰ? ਗੱਲਬਾਤ ਇਹਨਾਂ ਨਾਲ ਹੀ ਕਰਦੇ ਹਾਂ। ਮੈਮ, ਵੈਲਕਮ ਟੂ ਦੈਨਿਕ ਸਵੇਰਾ ਟੀਵੀ। ਹਾਂ, ਥੈਂਕ ਯੂ ਸੋ ਮਚ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਨਮਸਕਾਰ। ਕਿੱਦਾਂ ਦੇਖਦੇ ਹੋ ਜੀ? ਕਹਿੰਦੇ ਚੁਣੌਤੀ ਬਹੁਤ ਵੱਡੀ ਹੈ, ਕਿਉਂਕਿ 2017 ਦੀ ਜੇਕਰ ਗੱਲ ਕਰੀਏ, ਇਸ ਹਲਕੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਵੇਵ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਸੀ। ਉਹਨਾਂ ਦਾ ਕੈਂਡੀਡੇਟ ਜਿੱਤ ਕੇ ਵਿਧਾਨ ਸਭਾ ਤੋਰਿਆ ਸੀ। ਹਾਲਾਂਕਿ ਉਹ ਬਾਅਦ ਦੇ ਵਿੱਚ ਕਾਂਗਰਸ ਦਾ ਹਿੱਸਾ ਹੋ ਗਿਆ, ਔਰ ਕਾਂਗਰਸ ਵੀ ਕਹਿੰਦੇ ਹੈ ਕਿ ਸੀਟ ਉਹਨੂੰ ਦੇਣਾ ਚਾਹੁੰਦੀ ਸੀ, ਲੇਕਿਨ ਸੀਟ ਉਸ ਨੂੰ ਨਹੀਂ, ਤੁਹਾਨੂੰ ਮਿਲੀ ਹੈ। ਕਿੱਦਾਂ ਦੇਖਦੇ ਹੋ ਇਸ ਵਾਰ ਦੀ ਚੁਣੌਤੀ ਨੂੰ? ਪਿਛਲੀ ਵਾਰ ਕੁਝ ਹਵਾ ਸੀ, ਲੋਕੀ ਬਦਲਾਅ ਚਾਹੁੰਦੇ ਸੀ, ਲੋਕਾਂ ਨੇ ਮੌਕਾ ਦਿੱਤਾ ਇਹਨਾਂ ਨੂੰ, ਆਮ ਆਦਮੀ ਪਾਰਟੀ ਵਾਲਿਆਂ ਨੂੰ। ਸਪੈਸ਼ਲੀ ਮੈਂ ਮਾਲਵਾ ਬੈਲਟ ਦੀ ਗੱਲ ਕਰਾਂ ਤਾਂ ਉਸ ਦੇ ਵਿੱਚੋਂ ਹੋਇਆ ਕਿ ਵਿਸ਼ਵਾਸ ਉੱਠ ਗਿਆ ਇਹਨਾਂ ਤੋਂ। ਹੁਣ ਜੇ 20 ਸੀ ਤਾਂ ਉਹਦੇ ਵਿੱਚੋਂ 12 ਤਾਂ ਮੇਰੇ ਖਿਆਲ ਆ ਗਏ। ਸੋ ਜੇ ਝੋਲਾ ਚੁੱਕ ਕੇ ਇੱਧਰ ਨਹੀਂ ਆਉਣਾ ਤਾਂ ਫਿਰ ਮੇਰੇ ਖਿਆਲ ਆਮ ਆਦਮੀ ਪਾਰਟੀ 'ਤੇ ਤਾਂ ਫਿਰ ਲੋਕ ਭਰੋਸਾ ਨਹੀਂ ਕਰ ਰਹੇ।
ਸੋ ਕਿਉਂਕਿ ਹੁਣ ਜੇ ਪਿਛਲੀ ਵਾਰ 100 ਕਹਿੰਦੇ ਸੀ ਸੀਟਾਂ ਤਾਂ 20 ਆਈਆਂ ਸੀ, ਹੁਣ 50 ਕਹੀ ਜਾਂਦੇ ਆ, ਤਾਂ ਹੁਣ ਉਹ ਤੇ 117 ਤਾਂ ਐਵੇਂ ਕਹੀ ਜਾਂਦੇ। ਤਾਂ ਪਿੱਛੇ ਜੇ ਜਿਹੜਾ ਸਰਵੇ ਇਹਨਾਂ ਦਾ ਕਹਿੰਦੇ ਸੀ ਕਿ ਸਾਡੇ ਸਰਵੇ ਦੇ ਵਿੱਚ ਅਸੀਂ 50 ਵਿੱਚ ਆ ਰਹੇ ਹਾਂ, ਸੋ 10 ਆਉਣਗੇ ਦਸਾਂ ਵਿੱਚ ਫਿਰ 5-7 ਇੱਧਰ ਨੂੰ ਆ ਜਾਣਗੇ। ਸੋ ਜੇ ਝੋਲਾ ਚੁੱਕੇ ਇੱਧਰ ਨਹੀਂ ਹੋਣਾ ਤਾਂ ਕਿਉਂ ਨਹੀਂ ਲੋਕੀ ਸੋਚਣਗੇ ਕਿ ਕਿਉਂ ਨਾ ਕਾਂਗਰਸ ਕੈਂਡੀਡੇਟ ਨੂੰ ਜਿਤਾ ਦਈਏ, ਸੋ ਉਸੇ ਉਮੀਦਵਾਰ ਨੂੰ ਜਿਤਾਈਏ। ਯਾਨੀ ਸਿੱਧੇ ਤੌਰ ਤੇ ਤੁਹਾਡਾ ਕਹਿਣਾ ਹੈ ਕਿ ਜਿੱਦਾਂ ਪਹਿਲਾਂ ਝੋਲਾ ਚੱਕ ਕੇ ਕੈਂਡੀਡੇਟ ਔਰ ਉਮੀਦਵਾਰ ਜਿਹੜੇ ਨੇ ਜਾਂ ਫਿਰ ਰਾਜਨੇਤਾਵਾਂ ਦੀ ਗੱਲ ਕਰੀਏ ਉਹ ਤੁਹਾਡੇ ਵੱਲ ਨੂੰ ਹੋਏ, ਇਸ ਵਾਰ ਵੀ ਉਹੀ ਲਹਿਰ ਵੇਖਣ ਨੂੰ ਮਿਲੂਗੀ। ਤੁਸੀਂ ਹੁਣ ਜੇ ਪਿੱਛੇ ਇਦਾਂ ਦੇਖਿਆ ਤਾਂ ਫਿਰ ਹੁਣ ਵੀ ਪਿੱਛੇ ਤਾਂ ਸ਼ਾਇਦ ਸਾਰੇ ਕਹਿ ਦਿੰਦੇ ਕਿ ਕੰਮ ਘੱਟ ਹੋਏ ਨੇ ਜੀ ਕਾਂਗਰਸ ਪਾਰਟੀ ਕੋਲੋਂ, ਤਾਂ ਹੁਣ ਤਾਂ ਸੀਐਮ ਸਾਹਿਬ ਚੰਨੀ ਸਾਹਿਬ ਮੰਨ ਲਏ ਜਿਨ੍ਹਾਂ ਨੇ 111 ਦਿਨਾਂ ਵਿੱਚ ਉਹ ਕੁਝ ਕਰ ਦਿਖਾਇਆ ਜੋ ਸ਼ਾਇਦ ਪੋਸੀਬਲ ਵੀ ਨਹੀਂ ਸੀਗਾ, ਪਰ ਆਉਣ ਵਾਲਾ ਟਾਈਮ ਤੇ ਬਹੁਤ ਬ੍ਰਾਈਟ ਹੈ ਕਾਂਗਰਸ ਪਾਰਟੀ ਦਾ, ਤਾਂ ਫਿਰ ਤਾਂ ਮੇਰੇ ਖਿਆਲ ਸਾਰੇ ਦੇ ਸਾਰੇ ਆ ਜਾਣਗੇ, ਪਹਿਲੇ ਵੀ ਨਹੀਂ ਆ ਜਾਣਗੇ। ਮੈਡਮ, ਆਮ ਆਦਮੀ ਪਾਰਟੀ ਦੂਜੇ ਲਹਿਜ਼ੇ ਦੇ ਵਿੱਚ ਲੈ ਰਹੀ ਹੈ ਇਨ ਚੋਣਾਂ ਨੂੰ। ਉਹ ਕਹਿੰਦੇ ਵੇਵ ਸਾਡੀ ਹੈ, ਪਿੰਡਾਂ ਦੀ ਗੱਲ ਕਰੋ, ਸ਼ਹਿਰਾਂ ਦੀ ਗੱਲ ਕਰੋ, ਕਹਿੰਦੇ ਸਾਡੀ ਵੇਵ ਹੈ। ਮਾਲਵਾ ਹਲਕੇ ਦੀ ਗੱਲ ਕਰੀਏ, ਉਹ ਕਹਿੰਦੇ ਇੱਥੇ ਸਾਨੂੰ ਪੂਰਾ ਸਮਰਥਨ ਜਿਹੜਾ ਲੋਕਾਂ ਦਾ ਮਿਲਦਾ ਨਜ਼ਰ ਆ ਰਿਹਾ ਹੈ। ਉਹ ਕਹਿੰਦੇ ਹੁਣ ਤੇ ਕਾਂਗਰਸ ਦੇ ਕਈ ਜਿਹੜੇ ਵੱਡੇ ਚਿਹਰੇ ਨੇ ਉਹ ਆਮ ਆਦਮੀ ਪਾਰਟੀ ਵੱਲ ਨੂੰ ਰੁਖ ਕਰਦੇ ਹੋਏ ਨਜ਼ਰ ਆਉਣਗੇ, ਇਸ ਤਰ੍ਹਾਂ ਦੀ ਤਸਵੀਰ ਬਦਲਦੀ ਨਜ਼ਰ ਆਊਗੀ। ਇਸ ਤੋਂ ਬਾਅਦ ਕਦੋਂ, ਹੁਣ ਇੱਦਾਂ ਤੇ ਮੈਂ ਵੀ ਕਹਿ ਰਹੀ ਹਾਂ, ਅਸੀਂ ਵੀ ਕਹਿ ਰਹੇ ਹਾਂ ਇਹ ਗੱਲ ਕਿ ਸਾਨੂੰ ਬਹੁਤ ਜ਼ਿਆਦਾ ਸਮਰਥਨ ਮਿਲ ਰਿਹਾ, ਸਾਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ, ਤਾਂ ਕਹਿਣ ਦੇ ਨਾਲ ਤਾਂ ਕੁਝ ਨਹੀਂ ਹੁੰਦਾ ਨਾ, ਸੋ ਤਾਂ ਕਰਕੇ ਦਿਖਾਉਣ ਵਾਲੀ ਗੱਲ ਹੈ। ਹੁਣ ਮੈਂ ਤੇ ਆਪਣੀ ਸੀਟ ਦੀ ਗੱਲ ਕਰਦੀ ਹਾਂ, ਮੈਂ ਤੇ ਆਪਣੇ ਮਾਨਸਾ ਵੀ ਕੰਮ ਕੀਤਾ, ਮਾਨਸਾ ਵੀ ਕੰਮ ਕੀਤਾ, ਹੁਣ ਇੱਥੇ ਵੀ ਕੰਮ 2 ਸਾਲ ਤੋਂ ਕੰਮ ਕਰ ਰਹੇ ਹਾਂ। ਸੋ ਲੋਕਾਂ ਨੂੰ ਪਤਾ ਹੈਗਾ, ਲੋਕਾਂ ਦੇ ਸੱਥਾਂ ਦੱਸਦੀਆਂ ਨੇ ਤੁਹਾਨੂੰ ਕਿ ਕਿਹਨੇ ਜਿੱਤਣਾ ਜਾਂ ਕਿਹਨੂੰ, ਪਹਿਲਾਂ ਸੱਥਾਂ ਦੱਸਦੇ ਸੀ ਟਿਕਟ ਕਿਹਨੂੰ ਮਿਲਣੀ ਆ। ਸੋ ਮੈਨੂੰ ਪ੍ਰੈਸ ਰਿਪੋਰਟਰ ਵੀਰ ਆ ਕੇ ਪੁੱਛਦੇ ਸੀ ਕਿ ਤੁਸੀਂ ਇੱਥੋਂ ਮੋੜ ਤੋਂ ਇਲੈਕਸ਼ਨ ਲੜੋਗੇ, ਤੁਹਾਨੂੰ ਹਲਕਾ ਇੰਚਾਰਜ ਦੱਸ ਫਿਰਦੇ ਆ, ਕਿਵੇਂ ਬਣਨ ਲੋਕੀ ਹਲਕਾ ਇੰਚਾਰਜ। ਮੈਂ ਉਹਨਾਂ ਮੇਰਾ ਇਹ ਜਵਾਬ ਸੀ ਕਿ ਤੁਸੀਂ ਸੱਥਾਂ ਵਿੱਚ ਜਾ ਕੇ ਪੁੱਛ ਲਓ ਕਿ ਸੱਥਾਂ ਵਿੱਚ ਲੋਕੀ ਤੁਹਾਨੂੰ ਦੱਸ ਦੇਣਗੇ, ਅਕਾਲੀ ਦਲ ਦੇ ਵੀ ਦੱਸ ਦੇਣਗੇ ਕੌਣ ਹੈ ਕਾਂਗਰਸ ਦੀ ਇੱਥੋਂ ਹਲਕਾ ਇੰਚਾਰਜ। ਲੋਬਿੰਗ ਬਹੁਤ ਹੋਈ ਹੈ ਇਸ ਸੀਟ ਦੇ ਉੱਪਰ। ਕਾਂਗਰਸ ਦੇ ਹੀ ਕਈ ਇਹੋ ਜਿਹੇ ਲੀਡਰ ਸੀ ਜਿਹੜੇ ਚੋਣ ਲੜਨਾ ਚਾਹੁੰਦੇ ਸੀ, ਕਈ ਇਹੋ ਜਿਹੇ ਸੀ ਜਿਹੜੇ ਕਹਿੰਦੇ ਸੀ ਸਾਨੂੰ ਟਿਕਟ ਦਿਓ। ਭਰੋਸਾ ਤੁਹਾਡੇ ਤੇ ਜਤਾਇਆ, ਪਾਰਟੀ ਨੇ ਤੇ ਭਰੋਸਾ ਜਤਾ ਲਿਆ, ਲੋਕ ਜਿਤਾ ਪਾਉਣਗੇ ਭਰੋਸਾ। ਕਿਹੜਾ ਵਿਜ਼ਨ ਲੈ ਕੇ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਹੋ? ਸਰ ਟਿਕਟ ਕੋਈ ਬੱਸ ਦੀ ਟਿਕਟ ਥੋੜੀ ਆ, ਇਹ ਤੇ ਸਰਵੇਸ ਹੁੰਦੇ ਆ। 6 ਸਰਵੇ ਪਾਰਟੀ ਨੇ ਕਰਾਇਆ, ਉਸ ਤੋਂ ਬਾਅਦ ਹਾਈ ਕਮਾਂਡ ਨੇ ਮੈਨੂੰ ਟਿਕਟ ਦਿੱਤੀ ਆ। ਸੋ ਹੁਣ 2 ਸਾਲ ਤੋਂ ਮੈਂ ਇੱਥੇ ਵਿਚਰ ਰਹੀ ਹਾਂ, ਮੈਂ ਕਿਹੜਾ ਕੋਈ ਬਰਸਾਤੀ ਡੱਡੂ ਆ ਕਿ ਮੈਂ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਆਈ ਹਾਂ ਟਿਕਟ ਲੈ ਕੇ। ਸੋ ਲੋਕਾਂ ਵਿੱਚ ਵਿਚਰੀਆਂ, ਲੋਕਾਂ ਦੇ ਕੰਮ ਕੀਤੇ ਆ, ਸੋ ਨਿੱਜੀ ਵੀ ਕੀਤੇ, ਸਾਂਝੇ ਵੀ ਕੀਤੇ ਆ, ਜਿੰਨੇ ਕੁ ਮੈਂ ਕਰ ਸਕਦੀ ਸੀ। ਸੋ ਉਹਨਾਂ ਨੂੰ ਪਤਾ ਹੈਗਾ ਕਿ ਮੇਰਾ ਕਿਰਦਾਰ ਚੰਗਾ, ਮੇਰੀ ਸੋਚ ਚੰਗੀ ਆ। ਸੋ ਹਰ ਇੱਕ ਚੀਜ਼ ਲੋਕੀ ਦੇਖਦੇ ਆ, ਸੁਭਾਅ ਵੀ ਦੇਖਦੇ ਆ ਔਰ ਕੰਮ ਕਰਨ ਦੇ ਤਰੀਕੇ ਨੂੰ ਦੇਖਦੇ ਆ, ਲੋਕੀ ਉਹਨੂੰ ਪਸੰਦ ਕਰਦੇ ਆ। ਜਿਸ ਕੈਂਡੀਡੇਟ ਨੂੰ ਇਹ ਸੁਨੇਹੇ ਆਉਣ ਲੱਗ ਜਾਣ ਕਿ ਅਕਾਲੀ ਦਲ ਦੇ ਦੂਜੇ ਪਾਰਟੀਆਂ ਦੇ ਕਿ ਜੇ ਮੈਮ ਨੂੰ ਟਿਕਟ ਮਿਲ ਗਈ ਫਿਰ ਅਸੀਂ ਅਕਾਲੀ ਦਲ ਦੇ ਵੀ ਵੋਟ ਪਾ ਦਾਂਗੇ, ਸੋ ਤੁਸੀਂ ਦੇਖੋ ਫਿਰ ਉਹਦੇ ਵਿੱਚ ਕਿੱਦਾਂ ਦਾ ਹੋਊਗਾ। ਇਸ ਤਰ੍ਹਾਂ ਦੇ ਸੁਨੇਹੇ ਆ ਰਹੇ ਨੇ? ਯੈਸ, ਆਏ ਸੀ, ਪਹਿਲਾਂ ਹੀ ਆਏ ਸੀਗੇ ਕਿ ਜੇ ਮੈਮ ਤੁਹਾਨੂੰ ਟਿਕਟ ਮਿਲਦੀ ਹੈ ਤਾਂ ਅਸੀਂ ਤੁਹਾਨੂੰ ਵੋਟ ਪਾ ਦਾਂਗੇ। ਅਕਾਲੀ ਦਲ ਦੇ ਵੀ ਕਹਿੰਦੇ ਸੀ ਅਸੀਂ ਕੱਟੜ ਅਕਾਲੀ ਦਲ ਕਿ ਅਸੀਂ ਤੁਹਾਨੂੰ ਵੋਟ ਪਾ ਦਾਂਗੇ। ਲੇਕਿਨ ਅਕਾਲੀ ਦਲ ਨੇ ਆਪਣੇ ਸੀਨੀਅਰ ਆਗੂ ਨੂੰ ਚੁਣਿਆ, ਇਸ ਸੀਟ ਦੇ ਉੱਪਰ ਚੋਣ ਮੈਦਾਨ ਦੇ ਵਿੱਚ ਲਾਇਆ, ਔਰ ਉਹ ਵੀ ਥਾਂ ਥਾਂ ਤੇ ਰੈਲੀਆਂ ਕਰ ਰਹੇ ਨੇ, ਥਾਂ ਥਾਂ ਤੇ ਉਹਨਾਂ ਦੀ ਵੀ ਸੱਥਾਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਦਾਅਵਾ ਕਰ ਰਹੇ ਨੇ ਉਹ ਵੀ ਜਿੱਤ ਦਾ ਕਿ ਜਿੱਤ ਮੇਰੀ ਹੋਊਗੀ। ਸੋ ਜਦੋਂ ਜਾਂਦੇ ਆ ਆਪਾਂ ਮੈਦਾਨ ਦੇ ਵਿੱਚ, ਜੰਗੇ ਮੈਦਾਨ ਵਿੱਚ ਜਾਂਦੇ ਆ, ਤਾਂ ਹਰ ਕੋਈ ਹਾਰ ਕੇ ਤਾਂ ਨਹੀਂ ਜਾਂਦਾ, ਹਰ ਕੋਈ ਕਹਿੰਦਾ ਮੈਂ ਜਿੱਤੂੰਗਾ। ਹੁਣ ਦੂਸਰੇ ਇੱਕ ਮੈਂ ਅੱਜ ਦੇਖ ਰਹੀ ਸੀਗਾ, ਕੋਈ ਚੋਣ ਨਿਸ਼ਾਨ ਸੀਗਾ ਤਾਂ ਸੋ ਆਜ਼ਾਦ ਕੋਈ ਖੜਾ ਹੋਇਆ ਹੈਗਾ, ਤਾਂ ਉਹ ਵੀ ਜਿੱਤ ਕੇ ਹੀ ਸੌਂਦਾ ਹੋਣਾ, ਤਾਂ ਸਾਰੇ ਜਿੱਤ ਕੇ ਹੀ ਸੌਂਦੇ ਆ। ਲੱਖਾ ਵੀ ਘੜਾ ਲੈ ਕੇ ਫਿਰਦਾ ਨਜ਼ਰ ਆ ਰਿਹਾ। ਹਾਂਜੀ, ਸੋ ਜਿੱਤ ਕੇ ਹੀ ਸੌਂਦੇ, ਸਾਰੇ ਜਿੱਤ ਕੇ ਸੌਂਦੇ ਆ। ਆਫ ਕੋਰਸ ਕੈਂਡੀਡੇਟ ਨੂੰ ਯੁੱਧ ਦੇ ਵਿੱਚ ਚੱਲੇ ਆ ਤਾਂ ਕੋਈ ਹਾਰ ਕੇ ਥੋੜੀ ਜਾਂਦਾ ਕਿ ਮੈਂ ਹਾਰਨ ਚੱਲਿਆ, ਸਭ ਜਿੱਤਣ ਹੀ ਜਾਂਦੇ ਆ। ਸੋ ਸੇਮ ਵੇ ਲੱਖੇ ਦੀ ਉਮੀਦਵਾਰੀ ਨੂੰ ਕਿੱਦਾਂ ਦੇਖਦੇ? ਲੱਖੇ ਦਾ ਕਿਰਦਾਰ, ਲੱਖੇ ਦਾ ਪਿਛੋਕੜ, ਸੁਭਾਅ, ਸਾਰਾ ਕੁਝ ਲੋਕੀ ਜਾਣਦੇ ਨੇ। ਸੋ ਉੱਥੇ ਬੈਠਾ ਸੀਗਾ ਕਿਸਾਨੀ ਅੰਦੋਲਨ ਤੇ ਲਾਹਾ ਲੈਣ ਲਈ ਕਿ ਮੈਂ ਇਲੈਕਸ਼ਨ ਲੜੂੰਗਾ, ਜਿੱਥੇ ਜਦ ਕਿ ਤੇ ਡਿਸਾਈਡ ਹੋਇਆ ਸੀ ਕਿ ਜਿਹੜਾ ਕੋਈ ਇੱਥੇ ਬੈਠਾ ਸਿਆਸੀ ਪਾਰਟੀ ਨੂੰ ਆਉਣ ਨਹੀਂ ਦਿੱਤਾ ਗਿਆ, ਉਹ ਇਲੈਕਸ਼ਨ ਨਹੀਂ ਲੜੂਗਾ। ਬਟ ਫਿਰ ਉੱਥੇ ਇਲੈਕਸ਼ਨ ਦੇ ਵਿੱਚ ਆ ਗਿਆ, ਸੋ ਕਿਤੇ ਨਾ ਕਿਤੇ ਲੱਗਦਾ ਕਿ ਉਹ ਸਿਆਸੀ ਲਾਹਾ ਲੈਣ ਲਈ ਬੈਠਾ। ਰਾਜੇਵਾਲ ਸਾਹਿਬ ਵੀ ਚੋਣ ਲੜ ਰਹੇ ਨੇ, ਹੋਰ ਕਈ ਆਗੂ ਜਿਹੜੇ ਨੇ ਉਹ ਚੋਣ ਲੜ ਰਹੇ ਨੇ। ਇਹਨਾਂ ਦਾ ਹੋ ਗਿਆ, ਸੋ ਚੇਂਜ ਹੋ ਗਿਆ। ਹਰ ਇੱਕ ਨੂੰ ਲੱਗਦਾ ਕਿ ਮੈਂ ਕਿਉਂ ਨਾ ਰਾਜ ਕਰਾਂ, ਤਾਂ ਮੈਂ ਕਿਉਂ ਨਾ ਲੀਡਰਸ਼ਿਪ ਕਰਾਂ। ਸੋ ਉਸ ਤੋਂ ਬਾਅਦ ਲੋਕਤੰਤਰ ਹੈ, ਸੋਚ ਹੈਗੀ ਹੈ, ਸੋ ਲੈਟ them ਕਰਨ ਦਿਓ। ਲੇਕਿਨ ਓਵਰਆਲ ਅਗਰ 5 ਸਾਲ ਦੀ ਗੱਲ ਕਰੀਏ, 2017 ਤੋਂ ਲੈ ਕੇ 2022 ਤੱਕ ਦੀ ਗੱਲ ਕਰੀਏ, ਬਲਾਸਟ ਦਾ ਜ਼ਿਕਰ ਹੁੰਦਾ ਹੈ। ਬਿਲਕੁਲ, ਜਿਹੜਾ ਬਲਾਸਟ ਹੋਇਆ ਸੀ, ਕਹਿੰਦੇ ਇਨਸਾਫ ਨਹੀਂ ਮਿਲਿਆ। ਉਸ ਬਲਾਸਟ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਸੀ, ਕਹਿੰਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ। ਰਾਜਨੀਤੀ ਹੋਈ ਇਸ ਮਸਲੇ ਦੇ ਉੱਪਰ। ਕਾਂਗਰਸ ਪਾਰਟੀ ਤੇ ਵੀ ਦੋਸ਼ ਲੱਗਦੇ ਨੇ ਕਿ ਇਹਨਾਂ ਨੇ ਕਿਹਾ ਸੀ ਇਨਸਾਫ ਦੇਵਾਂਗੇ, ਇਨਸਾਫ ਦੇਣ ਦੇ ਵਿੱਚ ਕਹਿੰਦੇ ਕਾਂਗਰਸ ਪਾਰਟੀ ਵੀ ਜਿਹੜੀ ਹੈ ਉਹ ਸਹੀ ਸਾਬਿਤ ਨਹੀਂ ਹੋ ਪਾਈ, ਉਸਨੇ ਵੀ ਪ੍ਰੋਪਰ ਢੰਗ ਨਾਲ ਕਾਰਵਾਈਆਂ ਨਹੀਂ ਕੀਤੀਆਂ। ਕਿੱਦਾਂ ਦੇਖਦੇ ਹੋ ਕਿ ਲੋਕਾਂ ਦੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਉਹਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ?
ਬੇहद ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿਉਂਕਿ ਮੈਂ ਇੱਥੋਂ ਇਲੈਕਸ਼ਨ ਨਹੀਂ ਸੀ ਲੜੀ ਜਦੋਂ ਇਲੈਕਸ਼ਨ ਲੜੇ ਸੀਗੇ ਹਰਮਿੰਦਰ ਸਿੰਘ ਜੱਸੀ ਜਿਹੜੇ ਹੁਣ ਆਜ਼ਾਦ ਉਮੀਦਵਾਰ ਨੇ ਸੋ ਕਿਤੇ ਨਾ ਕਿਤੇ ਜੋ ਕੈਂਡੀਡੇਟ ਸੀ ਜੇ ਲੂਜ਼ ਵੀ ਕਰ ਗਏ ਸੀ ਉਹਨਾਂ ਦਾ ਇੱਕ ਫਰਜ਼ ਬਣਦਾ ਸੀ ਕਿ ਜਾ ਕੇ ਹਾਈ ਕਮਾਂਡ ਕੋਲ ਜਾਂਦੇ ਔਰ ਉਹਨਾਂ ਦੇ ਮਸਲਿਆਂ ਨੂੰ ਸੁਲਝਾਉਂਦੇ ਦਰ ਦੀਆਂ ਉਹਨਾਂ ਨੂੰ ਠੋਕਰਾਂ ਖਾਣੀਆਂ ਪਈਆਂ ਸੋ ਮੇਰੇ ਕੋਲ ਕੋਈ ਇਦਾਂ ਦੀ ਪਾਵਰ ਹੈ ਨਹੀਂ ਸੀ ਕਿ ਮੈਂ ਕਿਉਂਕਿ ਨਵੀਂ ਇਸ ਹਲਕੇ 'ਚ ਆਈ ਸੀ ਫਿਰ ਕੋਵਿਡ ਆ ਗਿਆ ਸੋ ਕਿ ਮੈਂ ਇਸ ਮਸਲੇ ਨੂੰ ਉਸ ਵੇ ਨਾਲ ਸੁਲਝਾ ਪਾਉਂਦੀ ਜਿਸ ਵੇ ਨਾਲ ਉਹ ਚਾਹੁੰਦੇ ਨੇ ਜਾਂ ਮੈਂ ਚਾਹੁੰਦੀ ਹਾਂ ਜਿਸ ਵੇ ਨਾਲ ਸੋ ਸਭ ਤੋਂ ਪਹਿਲਾਂ ਮੇਰਾ ਇਹੀ ਮਸਲਾ ਹੋਊਗਾ ਇਹੀ ਹੋਊਗਾ ਕਿ ਇਹੀ ਚੀਜ਼ ਲੈ ਕੇ ਮੈਂ ਜਾਊਂਗੀ ਉੱਪਰ ਇੱਥੋਂ ਫਤਵਾ ਲੋਕੀ ਦਿੰਦੇ ਆ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਸਭ ਤੋਂ ਪਹਿਲਾਂ ਮੇਰਾ ਇਹੀ ਮੁੱਦਾ ਹੋਊਗਾ ਕਿ ਇਸ ਨੂੰ ਮੈਂ ਹੱਲ ਕਰਨਾ ਤੁਸੀਂ ਸੱਚ ਮੰਨੋਗੇ ਕਿ ਅੱਜ ਮੈਂ ਡੋਰ ਟੂ ਡੋਰ ਕਰ ਰਹੀ ਸੀ ਉਹ ਗਲੀ ਦੇ ਵਿੱਚ ਜਦ ਹੀ ਐਂਟਰ ਹੋਏ ਤਾਂ ਮੈਨੂੰ ਵਰਕਰ ਨੇ ਦੱਸਿਆ ਕਿ ਮੈਮ ਇਹ ਪੂਰੀ ਗਲੀ ਉਹੀ ਆ ਮੈਂ ਵੋਟਾਂ ਮੰਗਣ ਨਹੀਂ ਗਈ ਸੋ ਮੈਂ ਕਿਹਾ ਨਹੀਂ ਮੈਂ ਇਸ ਤਰੀਕੇ ਮੈਂ ਵੋਟਾਂ ਮੰਗਣ ਅਗਲੀ ਵਾਰ ਜਾਊਂਗੀ ਉਹਨਾਂ ਕੋਲ ਜਦ ਮੰਨ ਵਾਲੀ ਕੁਝ ਕਰ ਦੂੰਗੀ ਸੋ ਮੇਰੀ ਕੌਨਸ਼ੀਅਸ ਨੇ ਲਾਅ ਨਹੀਂ ਕੀਤਾ ਮੇਰੇ ਕੋਲ ਵੋਟਾਂ ਨੂੰ ਵੀ ਕਮਾ ਮੈਂ ਕਿਸ ਮੂੰਹ ਨਾਲ ਵੋਟਾਂ ਨੂੰ ਕਮਾ ਦੂੰ ਅਤੇ ਕਾਂਗਰਸ ਪਾਰਟੀ ਦੀ ਰੈਲੀ ਵਿੱਚ ਉਹਨਾਂ ਨੂੰ ਬਲਾਸਟ ਹੋਇਆ ਫਿਰ ਉਹਨਾਂ ਨੂੰ ਇਨਸਾਫ ਨਹੀਂ ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ ਸੋ ਮੈਂ ਨਹੀਂ ਉਹਨਾਂ ਕੋਲ ਵੋਟਾਂ ਮੰਗਣ ਜਾਊਂਗੀ ਮੈਂ ਉਹਨਾਂ ਨੂੰ ਰਿਕੁਐਸਟ ਨਹੀਂ ਕਰੂੰਗੀ ਵੋਟਾਂ ਲਈ ਇਹ ਕਿ ਮੰਗੂਗੀ ਅਗਲੀ ਵਾਰ ਮੰਗੂਗੀ ਕਿ ਕੁਝ ਕਰਕੇ ਮੰਗੂਗੀ ਲੱਗਦਾ ਕਿ ਇਸ ਸਿਆਸਤ ਦੇ ਵਿੱਚ ਜਦੋਂ ਆ ਸਿਆਸੀ ਮੁੱਦਾ ਬਣ ਗਿਆ ਇਸ ਦਾ ਹੱਲ ਨਿਕਲ ਪਾਊਗਾ ਉਹ ਤੇ ਹੁਣ ਇਥੋਂ ਫਤਵਾ ਮਿਲੂਗਾ ਆਫ ਕੋਰਸ ਸਰਕਾਰ ਵੀ ਬਣੂਗੀ ਤਾਂ ਲੀਡਰ ਚਾਹੇ ਕੀ ਨਹੀਂ ਕਰ ਸਕਦਾ ਤਾਂ ਕਰਵਾਉਂਗੀ ਕਿਉਂ ਨਹੀਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਕਰਦੇ ਸੀ ਬੇਅਦਬੀ ਦਾ ਇਨਸਾਫ ਕਰੂੰਗਾ ਮੋੜ ਮੰਡੀ ਵਿਲਾਸ ਦਾ ਇਨਸਾਫ ਕਰੂੰਗਾ ਡਰੱਗ ਮਾਫੀਆ ਨੂੰ ਜੇਲ੍ਹਾਂ ਦੇ ਪਿੱਛੇ ਭੇਜੂੰਗਾ 4.5 ਸਾਲ ਬਾਅਦ ਪਾਰਟੀ ਨੇ ਲਾਂਭੇ ਕਰਤਾ ਉਹ 4.5 ਸਾਲ ਪਾਰਟੀ ਪੁੱਛਦੀ ਨਹੀਂ ਕਿੱਥੇ ਗਏ ਹੁਣ ਚੰਨੀ ਸਾਹਿਬ ਦੇ 3 ਮਹੀਨੇ ਦੇ ਕਾਰਜਕਾਲ ਨੂੰ ਲੈ ਕੇ ਤੁਸੀਂ ਵੀ ਲੋਕਾਂ ਦੇ ਵਿੱਚ ਜਾ ਰਹੇ ਹੋ ਕਿ 3 ਮਹੀਨੇ ਦਾ ਕਾਰਜਕਾਲ ਵੇਖੋ ਪਿਕਚਰ ਦਿਖਾਈ ਹੈ ਟ੍ਰੇਲਰ ਵਿਖਾਇਆ ਲੇਕਿਨ ਉਸ 4.5 ਸਾਲ ਦਾ ਜਵਾਬ ਕੌਣ ਦਊਗਾ ਸਰਕਾਰ ਤੇ ਤੁਹਾਡੀ ਹੀ ਸੀ ਪਾਰਟੀ ਤੇ ਤੁਹਾਡੀ ਹੀ ਹੈ ਤੁਹਾਡੀ ਸਰਕਾਰ ਨੇ ਤੁਹਾਡੀ ਪਾਰਟੀ ਨੇ ਰਾਜ ਕੀਤਾ 5 ਸਾਲ ਸੂਬੇ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਔਖਾ ਹੁੰਦਾ ਸੀਐਮ ਨੂੰ ਬਦਲਣਾ ਸੀਐਮ ਔਰ ਬਹੁਤ ਵੱਡਾ ਚਿਹਰਾ ਸੀਗੇ ਉਹ ਸੋ ਪਾਰਟੀ ਨੇ ਬਹੁਤ ਮੌਕੇ ਦਿੱਤੇ ਉਹਨਾਂ ਨੂੰ ਕਿ ਤੁਸੀਂ ਆਪਣੇ ਆਪ ਸੁਧਾਰ ਕਰੋ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਫਿਰ ਜਦੋਂ ਨਹੀਂ ਕਰ ਪਾਏ ਤਾਂ ਅਖੀਰ ਦੇ ਵਿੱਚ ਬਦਲ ਦਿੱਤਾ ਸੀਐਮ ਨੂੰ ਬਦਲਣਾ ਵੀ ਤਾਂ ਬਹੁਤ ਵੱਡੀ ਗੱਲ ਸੀ ਉਹ ਬਦਲ ਦਿੱਤਾ ਉਸ ਤੋਂ ਬਾਅਦ ਇੱਕ ਸੀਐਮ ਦੇ ਬਦਲਣ ਨਾਲ ਲੋਕਾਂ ਨਾਲ ਜੁੜੇ ਜਿਹੜੇ ਮਸਲੇ ਸੀ ਕਿਆ ਉਹ ਹੱਲ ਹੋ ਗਏ ਉਹ ਤੇ ਉਦਾਂ ਦੇ ਉਦਾਂ ਖੜੇ ਨਹੀਂ ਉਹ ਤੁਸੀਂ ਇੱਕ ਪੱਖੀ ਗੱਲ ਕਰ ਰਹੇ ਹੋ ਤੁਸੀਂ ਉਹ ਵੀ ਤਾਂ ਦੇਖੋ ਜੋ ਉਹਨਾਂ ਨੇ ਕੀਤਾ ਹੈਗਾ ਕਿੰਨੇ ਬਿਜਲੀ ਦੇ ਬਿੱਲ ਪਏ ਸੀ ਇੱਕ ਆਮ ਪਰਿਵਾਰ ਨੂੰ ਕਵੇ ਕਿ ਤੁਹਾਡਾ ਵਿੱਚ ਪਿਆ ਹੈਗਾ ਕਿ 15,000 ਦਾ ਬਿੱਲ ਪਿਆ ਜਦੋਂ ਮਾਫ ਹੋ ਜਾਂਦਾ ਉਹਨੂੰ ਬਹੁਤ ਵੱਡੀ ਗੱਲ ਲੱਗਦੀ ਹੈ ਸੋ ਆਸ ਸੀ 5 ਸਾਲ ਦੀ ਲੋਕਾਂ ਨੂੰ ਆਸ ਸੀ 5 ਸਾਲ ਦੀ ਕਿ ਪਹਿਲੇ ਮਹੀਨੇ ਸਰਕਾਰ ਬਣਦੇ ਹੀ ਬਿਜਲੀ ਦੇ ਬਿੱਲ ਮਾਫ ਕਰੂਗੀ ਅਖੀਰਲਾ ਇੱਕ ਬਿੱਲ ਮਾਫ ਹੋ ਗਿਆ ਮੈਂ ਪੰਜਾਬ ਦਾ ਰਹਿਣ ਵਾਲਾ ਮੇਰਾ ਇੱਕ ਬਿੱਲ ਮਾਫ ਹੋ ਕੇ ਆਇਆ ਉਹ ਜੇਕਰ ਨਾ ਵੀ ਹੁੰਦਾ ਤੇ ਸ਼ਾਇਦ ਅਗਲੇ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਜਾ ਰਹੇ ਸ਼ਾਇਦ ਉਹਨਾਂ 'ਚ ਹੋ ਜਾਂਦਾ ਲੋਕ ਇਸ ਤਰ੍ਹਾਂ ਵੀ ਦੇਖਦੇ ਨੇ ਨਹੀਂ ਤੁਸੀਂ ਇਹ ਦੇਖੋ ਕਿ ਕਿਸਾਨਾਂ ਦਾ ਕਰਜ਼ਾ ਨਹੀਂ ਮਾਫ ਕੀਤਾ ਕਿਸ ਲੈਵਲ ਤੇ ਮਾਫ ਕੀਤਾ ਸੋ ਤੁਸੀਂ ਉਹ ਸੰਪੂਰਨ ਕਰਜ਼ਾ ਮਾਫੀ ਦਾ ਵਾਅਦਾ ਸੀ ਸੰਪੂਰਨ ਨਹੀਂ ਹੋਇਆ ਉਹ ਤੇ ਮੋਦੀ ਨੇ ਸਾਨੂੰ ਨਹੀਂ ਪੈਸੇ ਦਿੱਤੇ ਨਾ ਉਹਨੇ ਉੱਥੇ ਕਾਟੀ ਮਾਰ ਦਿੱਤੀ ਜਿੱਥੇ ਸਰਕਾਰ ਇੱਥੇ ਰੋਕਣਾ ਚਾਹੂੰਗਾ ਕਿਉਂਕਿ ਇੱਥੇ ਬੀਜੇਪੀ ਕਹਿੰਦੀ ਹੈ ਜਦੋਂ ਕਾਂਗਰਸ ਨੇ ਵਾਅਦਾ ਕੀਤਾ ਸੀ ਸਾਨੂੰ ਪੁੱਛ ਕੇ ਕੀਤਾ ਸੀ ਵਾਅਦਾ ਕਹਿੰਦਾ ਜਦੋਂ ਆਪਣੀ ਤਰਫੋਂ ਕੀਤਾ ਤੇ ਪੂਰਾ ਵੀ ਆਪ ਕਰੋ ਨਹੀਂ ਤਾਂ ਉਹਦਾ ਸੈਂਟਰ ਸਰਕਾਰ ਦਾ ਕੋਈ ਹੱਕ ਨਹੀਂ ਬਣਦਾ ਇੱਥੇ ਅਕਾਲੀ ਦਲ ਦੀ ਸਰਕਾਰ ਸੀ ਮਨਮੋਹਨ ਸਿੰਘ ਅਤੇ ਪ੍ਰਧਾਨ ਮੰਤਰੀ ਸੀ ਤੇ ਉਹਨਾਂ ਨੇ ਤਾਂ ਕੋਈ ਫਰਕ ਨਹੀਂ ਸਮਝਿਆ ਉਹਨਾਂ ਨੇ ਤਾਂ ਜੋ ਮੰਗਿਆ ਪੰਜਾਬ ਨੂੰ ਦੇਤਾ ਬਿਕੋਜ਼ ਜੇ ਹੁਣ ਪ੍ਰਧਾਨ ਮੰਤਰੀ ਹੈ ਤਾਂ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਹ ਖਾਲੀ ਆਪਣੇ ਦਿੱਲੀ ਜਾਂ ਕਿਸੇ ਹੋਰ ਉਹ ਸਟੇਟ ਦਾ ਥੋੜੀ ਕਿ ਜਿੱਥੋਂ ਦਾ ਰਾਜ ਹੈਗਾ ਤਾਂ ਉਹਨੇ ਤਾਂ ਵਿਤਕਰਾ ਕੀਤਾ ਸਾਡੇ ਨਾਲ ਸੋ ਉਹਨੇ ਵਿਤਕਰਾ ਕੀਤਾ ਉਹ ਤੇ ਇੰਨਾ ਸੋਚ ਘਟੀਆ ਦਾ ਹੈਗਾ ਕਿ ਹਰ ਇੱਕ ਫੈਸਲਾ ਉਹਨੇ ਲਿਆ ਨੋਟਬੰਦੀ ਦਾ ਫੈਸਲਾ ਕਿਸ ਤੋਂ ਪੁੱਛ ਕੇ ਲਿਆ ਸੀ ਨੋਟਬੰਦੀ ਦੇ ਫੈਸਲੇ ਵੇਲੇ ਪੁੱਛ ਲੈਂਦਾ ਸੀ ਉਹਨੂੰ ਪੰਜਾਬ ਦੇ ਸੀ ਉਹਨੂੰ ਪੁੱਛ ਲੈਂਦਾ ਨੋਟਬੰਦੀ ਇੱਥੇ ਨਹੀਂ ਹੋਈ ਤੇ ਉਹਨੂੰ ਵੀ ਫੈਸਲੇ ਪੁੱਛ ਕੇ ਲੈਣੇ ਚਾਹੀਦੇ ਸੀ ਹੈ ਨਾ ਕਦੇ ਜੀਐਸਟੀ ਨੋਟਬੰਦੀ ਸੋ ਉਸ ਤੋਂ ਬਾਅਦ ਆ ਜਿਹੜਾ ਲਿਆ ਤਿੰਨ ਕਾਲੇ ਕਾਨੂੰਨਾਂ ਵਾਲਾ ਫੈਸਲਾ ਤੋਂ ਕਿਸਾਨ ਵੀਰ ਜਾ ਰਹੇ ਸੀਗੇ ਖੱਡੇ ਪੱਟਦੇ ਇੰਨੇ ਨੇ ਵੱਡੇ ਉਹ ਕਿਹਦੇ ਸੀਗੇ ਸੜਕ ਤੇ ਪੈਸੇ ਲੋਕਾਂ ਦੇ ਲੱਗੇ ਹੋਏ ਸੀ ਕਿਉਂ ਨੁਕਸਾਨ ਕੀਤਾ ਸਰਕਾਰੀ ਪ੍ਰਾਪਰਟੀ ਦਾ ਉਹਨੇ ਅੱਜ ਬੀਜੇਪੀ ਕਹਿ ਰਹੀ ਹੈ ਅਸੀਂ ਕਾਨੂੰਨ ਵਾਪਸ ਲੈ ਲਏ ਪ੍ਰਧਾਨ ਮੰਤਰੀ ਸਾਹਿਬ ਨੇ ਕਹਿੰਦੇ ਮਾਫੀ ਵੀ ਮੰਗ ਲਈ ਹੈ ਔਰ ਹੁਣ ਲੋਕਾਂ ਦਾ ਗੁੱਸਾ ਜਿਹੜਾ ਉਹ ਕਹਿੰਦੇ ਘੱਟ ਹੋ ਗਿਆ ਸ਼ਾਂਤ ਹੋ ਗਿਆ ਔਰ ਕਹਿੰਦੇ ਸਾਨੂੰ ਬਹੁਮਤ ਮਿਲੂਗਾ ਪੰਜਾਬ ਦੇ ਵਿੱਚ ਉਹ ਤਾਂ ਲਏ ਨਾ ਕਿ ਪਤਾ ਕਿ ਚੋਣਾਂ ਆ ਗਈਆਂ ਹੁਣ ਚੋਣਾਂ ਆ ਗਈਆਂ ਹੁਣ ਕਿਤੇ ਨਾ ਕਿਤੇ ਅਸੀਂ ਬੀਜੇਪੀ ਖਤਮ ਹੁੰਦੀ ਨਜ਼ਰ ਆਈ ਕਿ ਬੀਜੇਪੀ ਵਾਲਿਆਂ ਦੇ ਤੁਹਾਨੂੰ ਪਤਾ ਕੀ ਹਾਲਤ ਕਰਦੇ ਸੀ ਲੀਡਰਸ ਦੀ ਤੁਸੀਂ ਦੇਖਿਆ ਕਿ ਦੌੜਾ ਕੇ ਉਹਨਾਂ ਨੂੰ ਕੁੱਟਿਆ ਸੋ ਕਿਸ ਲੀਡਰਸ ਨੇ ਰੌਲਾ ਪਾਇਆ ਕਿ ਅਸੀਂ ਪੰਜਾਬ ਦੇ ਵਿੱਚ ਜਾਈਏ ਕਿਵੇਂ ਉਹ ਕਹਿੰਦੇ ਸੀ ਇਲੈਕਸ਼ਨ ਲੜੋ ਐਮਸੀ ਦੇ ਵੀ ਇਲੈਕਸ਼ਨ ਲੜੋ ਸੋ ਐਮਸੀ ਦੇ ਇਲੈਕਸ਼ਨ ਲੜੇ ਤਾਂ ਕੀ ਹਾਲ ਹੋਇਆ ਲੋਕਾਂ ਦਾ ਸੋ ਬਿਲਕੁਲ ਗ੍ਰਾਫ ਜ਼ੀਰੋ ਹੋ ਗਿਆ ਸੀ ਆਪਣੇ ਗ੍ਰਾਫ ਨੂੰ ਉੱਪਰ ਆਪਣੇ ਵਜੂਦ ਨੂੰ ਲਾਈਕ ਕਾਇਮ ਰੱਖਣ ਲਈ ਸੋ ਇਹਨਾਂ ਨੇ ਜਿਹੜੇ ਕਾਨੂੰਨ ਨੇ ਵਾਪਸ ਲਏ ਨੇ ਸੋ ਪਹਿਲਾਂ ਹੀ ਲੈ ਲੈਂਦਾ ਉਹਨੂੰ ਤਰਸ ਨਹੀਂ ਆਇਆ ਕਿ 1.5 ਸਾਲ ਕਿਸਾਨ ਉੱਥੇ ਬੈਠਾ ਰਿਹਾ ਇੰਨੇ ਲੋਕੀ ਮਰ ਗਏ ਤਾਂ ਉਹ ਆਪਣੇ ਘਰ ਤੋਂ ਇੱਕ ਦਿਨ ਬਾਹਰ ਰਹਿ ਕੇ ਦੇਖੇ ਪੂਰੀ ਠੰਡ ਦੇ ਵਿੱਚ ਹਟਸ ਵਿੱਚ ਰਹਿਣਾ
ਹੈ ਨਾ, ਗਰਮੀ ਦੇ ਵਿੱਚ ਹਟਸ ਵਿੱਚ ਰਹਿਣਾ, ਬਾਰਿਸ਼ ਵਿੱਚ ਹਟਸ ਵਿੱਚ ਰਹਿਣਾ, ਸੋ ਬਹੁਤ ਸੌਖਾ ਸੀ ਉਹਨਾਂ ਲਈ। ਲੇਡੀਜ਼ ਵਿਚਾਰੀਆਂ ਬਾਹਰ ਰਹੀਆਂ, ਆਪਣੇ ਘਰ ਤੋਂ ਬਾਹਰ ਰਹੀਆਂ, ਸੋ ਇੰਨੀ ਜਲਦੀ ਨਹੀਂ ਲੋਕੀ ਭੁੱਲਦੇ। ਪੰਜਾਬ ਹੈ, ਪੰਜਾਬੀ ਆ, ਸੋ ਨਹੀਂ ਭੁੱਲਦੇ ਇੰਨੀ ਜਲਦੀ ਲੋਕ। ਪੰਜਾਬੀਆਂ ਦੇ ਜ਼ਿਹਨ ਦੇ ਵਿੱਚ ਰਹੂਗਾ ਉਹ ਪੂਰਾ ਦਾ ਪੂਰਾ ਅੰਦੋਲਨ। ਬਿਲਕੁਲ ਰਹੂਗਾ ਜੀ, ਬਿਲਕੁਲ ਰਹੂਗਾ। ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਨਿਮੋਨੀਆ ਹੋਇਆ ਲੋਕਾਂ ਨੂੰ ਠੰਡ ਦੇ ਵਿੱਚ। ਸੋ ਆਪਾਂ ਕਹਿ ਦਿੰਦੇ ਕਿ ਉੱਥੇ ਲੰਗਰ ਸੀ, ਉੱਥੇ ਸਭ ਕੁਝ ਸੀਗਾ, ਬਟ ਕੀ ਇੱਥੇ ਉਹਦੇ ਵਿੱਚ ਸਰਦੀਆਂ ਦੇ ਪੀਣ ਨੂੰ ਗਰਮ ਪਾਣੀ ਸੀ ਲੋਕਾਂ ਦੇ? ਕੀ ਗਰਮ ਪਾਣੀ ਨਹਾਉਣ ਨੂੰ ਮਿਲਿਆ? ਤੁਸੀਂ ਸਾਰਿਆਂ ਨੇ ਵੀਡੀਓਜ਼ ਵਾਇਰਲ ਹੋਈਆਂ ਦੇਖੀਆਂ ਕਿ ਕਿਵੇਂ ਇੱਕ ਬਜ਼ੁਰਗ ਜਿਹਨੇ ਸਵੇਰੇ ਪਾਠ ਕਰਨਾ ਸੀ 4 ਵਜੇ ਉੱਠ ਕੇ ਪੈਟਰੋਲ ਪੰਪ ਤੇ ਨਹਾ ਰਿਹਾ ਹੈ। ਸੋ ਇਦਾਂ ਦੇ ਲੋਕੀ ਬਹੁਤ ਹੋਣਗੇ। ਸੋ ਕੀ ਉਹਨੂੰ ਨਹੀਂ ਉਸ ਵੇਲੇ ਨਹੀਂ ਉਹਨੂੰ ਮਹਿਸੂਸ ਹੋਇਆ? ਤੇ ਜੇ ਆਮ ਬੰਦਾ ਹੁੰਦਾ ਉਹਦਾ ਦਿਲ ਪਸੇਜ ਜਾਂਦਾ ਹੈ। ਜੇ ਉਹਨਾਂ ਨੂੰ ਕਾਨੂੰਨ ਨਹੀਂ ਚਾਹੀਦੇ ਜਿਹੜੇ ਤੂੰ ਨਵੇਂ ਲਾਗੂ ਤਾਂ ਉਹਨੂੰ ਵਾਪਸ ਲੈ ਲਓ, ਗੱਲ ਖਤਮ ਕਰੋ। ਸੋ ਉਹਦੇ ਵਿੱਚ ਕੀ ਪ੍ਰੋਫਿਟ ਉਹਦਾ ਕੀ ਆ, ਹੈ ਨਾ, ਕੀ ਉਹਦੀ ਅਡਵਾਨੀਆਂ ਨਾਲ ਕੀ ਭਾਗੀਦਾਰੀ ਸੀ, ਸੋ ਉਹਨੂੰ ਪਤਾ ਹੈਗਾ। ਸੋ ਜਿਹੜਾ ਇੰਨਾ ਟਾਈਮ ਲੱਗ ਗਿਆ, ਕਿਵੇਂ ਉਹ ਸੈਟਲਮੈਂਟ ਕੀਤੀਆਂ, ਸੋ ਇਸ ਕਰਕੇ ਲੋਕੀ ਇੰਨੀ ਜਲਦੀ ਨਹੀਂ ਭੁੱਲਣਗੇ। ਓਵਰਆਲ ਗੱਲ ਕਰੀਏ, ਕਿਆ ਸਰਕਾਰ ਬਣਦੀ ਨਜ਼ਰ ਆ ਰਹੀ ਹੈ ਕਾਂਗਰਸ ਦੀ ਸੂਬੇ 'ਚ? ਬਿਲਕੁਲ ਬਣੂਗੀ ਜੀ, 100% ਬਣੂਗੀ। ਕਿੰਨੀਆਂ ਸੀਟਾਂ ਦੇ ਰਹੇ ਹੋ ਤੁਸੀਂ ਕਾਂਗਰਸ ਪਾਰਟੀ ਨੂੰ? ਕਹਿ ਨੂੰ ਤਾਂ 117 ਕਹਿ ਦੋ, ਬਟ ਮੈਂ 87 ਕਹੂੰਗੀ। ਮੈਂ ਲੋਕਾਂ ਨੂੰ ਨਹੀਂ ਕਹਿੰਦੀ ਕਿ 117 ਦੀਆਂ 17 ਗਈਆਂ, ਮੈਂ ਕਹੂੰਗੀ 87 ਸੀਟਾਂ ਤੇ ਅਸੀਂ 87 ਦੇ ਲੈ ਕੇ ਜਾਵਾਂਗੇ। 87 ਸੀਟਾਂ ਦੇ ਵਿੱਚ ਤੁਹਾਡੀ ਆ ਮੋੜ ਮੰਡੀ ਦੀ ਸੀਟ ਵੀ ਸ਼ਾਮਲ ਹੋਊਗੀ? ਆਫ ਕੋਰਸ, ਬਿਲਕੁਲ। ਲੀਡ ਕੀ ਰਹਿਣ ਵਾਲੀ ਹੈ? ਲੀਡ ਤੇ ਹੋਰ ਨਹੀਂ ਮੈਂ ਕਹਿ ਸਕਦੀ ਕੁਝ ਵੀ, ਬਿਕੋਜ਼ ਆਈ ਐਮ ਵਰਕਿੰਗ ਹਾਰਡ ਐਂਡ ਮੈਂ ਕੰਮ ਕਰ ਰਹੀ ਹਾਂ। 5 ਦਿਨ ਹਲੇ ਪਏ ਨੇ, 5 ਦਿਨਾਂ ਬਾਅਦ ਮੈਨੂੰ ਪੁੱਛ ਲਿਓ, ਜਿੱਦਣ ਵੋਟਾਂ ਹੋਣਗੀਆਂ ਉਹਦੇ ਦੱਸ ਦਊਂਗੀ। ਕਹਿੰਦੇ 5 ਦਿਨਾਂ ਦੇ ਵਿੱਚ ਮਾਹੌਲ ਬਦਲਦਾ ਨਜ਼ਰ ਆਏਗਾ। ਅੱਜ ਪ੍ਰਿਯੰਕਾ ਗਾਂਧੀ ਪੰਜਾਬ ਦੇ ਦੌਰੇ ਤੇ ਹੈ, ਅਮਿਤ ਸ਼ਾਹ ਪੰਜਾਬ ਦੇ ਦੌਰੇ ਤੇ ਹੈ, ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਹੈ, ਸੁਖਬੀਰ ਬਾਦਲ ਸਾਹਿਬ ਪਹਿਲਾਂ ਹੀ ਰੈਲੀਆਂ ਕਰ ਰਹੇ ਹੈ। ਇਸੇ ਤਰ੍ਹਾਂ ਨਾਲ ਅਰਵਿੰਦ ਕੇਜਰੀਵਾਲ ਦੌਰੇ ਤੇ। ਕਹਿੰਦੇ ਆਹ ਦੌਰੇ ਜਿਹੜੇ ਨੇ ਆ ਵੀ ਪੰਜਾਬ ਦਾ ਜਿਹੜਾ ਚੋਣਾਂ ਦਾ ਅਖਾੜਾ ਹੈ, ਇਸ ਦੇ ਵਿੱਚ ਬਦਲਾਵ ਲਿਆਉਂਦੇ ਨਜ਼ਰ ਆਉਣਗੇ। ਮੈਂ ਵੀ ਤੁਹਾਨੂੰ ਕਹਿ ਰਹੀ ਕਿ 5 ਦਿਨ ਬਾਅਦ ਮੈਨੂੰ ਪੁੱਛ ਲਿਓ, ਮੈਂ ਤੁਹਾਨੂੰ ਦੱਸ ਦੂੰਗੀ। ਚਲੋ 5 ਦਿਨ ਬਾਅਦ ਕਹਿੰਦੇ ਮੈਨੂੰ ਪੁੱਛ ਲੈਣਾ, ਜ਼ਰੂਰ ਪੁੱਛਾਂਗੇ ਕਿ ਇਸ ਵਾਰ ਦੀ ਇੱਥੋਂ ਦੀ ਸਿਆਸਤ ਕੀ ਕਹਿੰਦੀ ਨਜ਼ਰ ਆਉਂਦੀ ਹੈ, ਔਰ ਕਿਆ ਜਿੱਤ ਦਾ ਤਾਜ ਇਸ ਵਾਰ ਇਸੀ ਕੈਂਡੀਡੇਟ ਦੇ ਸਿਰ ਤੇ ਬੰਨ੍ਹਦਾ ਹੋਇਆ ਨਜ਼ਰ ਆਏਗਾ ਜਾਂ ਫਿਰ ਨਹੀਂ। ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਮੌੜ ਮੰਡੀ।